Hello students, I hope you all are very well. Today we will start our new topic, that is distribution of cumulated profit reserve and losses. Clear? देखो राजे, जिद्दां आपां एडमिशन चैप्टर दे विच कीता सी कि जदों एक पार्टनर एडमिशन लैंदा है उस टाइम जिहड़े अपने कोल कोई पुराने रिजर्व पए आ, जिहड़े कोई पुराने प्रॉफिट्स पए आ, असीं उहनूं ओल्ड रेशो च वंड के डिस्ट्रीब्यूट करके खत्म कर दिंदे आ। ਤਾਂ ਸਿਮਿਲਰ ਟ੍ਰੀਟਮੈਂਟ ਜਿਹੜਾ ਰਿਟਾਇਰਮੈਂਟ ਦੇ ਟਾਈਮ ਹੋਣਾ ਹੈ ਕਿ ਅਗਰ ਰਿਟਾਇਰਮੈਂਟ ਦੇ ਟਾਈਮ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਰਿਜ਼ਰਵ ਹੈ, ਜਨਰਲ ਰਿਜ਼ਰਵ ਹੈ, ਵਰਕਮੈਨ ਕੰਪਨਸੇਸ਼ਨ ਰਿਜ਼ਰਵ ਹੈ, ਕੋਈ ਵੀ ਫੰਡ ਬਣਿਆ ਹੋਇਆ ਜਾਂ ਐਸਿਡ ਸਾਈਡ ਆਪਣੇ ਕੋਲ ਕੋਈ ਪ੍ਰੋਫਿਟ ਐਂਡ ਲਾਸ ਦਾ ਡੈਬਿਟ ਬੈਲੈਂਸ ਹੋਵੇ ਜਾਂ ਆਪਣੇ ਕੋਲ ਕੋਈ ਐਡਵਰਟਾਈਜ਼ਮੈਂਟ ਸਸਪੈਂਸ ਹੋਵੇ ਜਾਂ ਆਪਣੇ ਕੋਲ ਕੋਈ ਡੈਫਰਡ ਐਕਸਪੈਂਡੀਚਰ ਹੋਣ, ਇੱਦਾਂ ਦੀ ਜਿਹੜੀ ਵੀ ਚੀਜ਼ ਆ ਅਸੀਂ ਉਹਨੂੰ ਓਲਡ ਰੇਸ਼ੋ 'ਚ ਵੰਡ ਕੇ ਖਤਮ ਕਰ ਦੇਣਾ ਹੈ। ਕਲੀਅਰ? ਹੁਣ ਜਦੋਂ ਅਸੀਂ ਜਰਨਲ ਰਿਜ਼ਰਵ ਨੂੰ ਡਿਸਟਰੀਬਿਊਟ ਕਰਦੇ ਹੁੰਦੇ ਆ ਉਹ ਟਾਈਮ ਉਹ ਪਾਰਟਨਰ ਨੂੰ ਮਿਲਦਾ ਹੈ ਤਾਂ ਕ੍ਰੈਡਿਟਸ ਪਾਰਟਨਰ ਕ੍ਰੈਡਿਟ ਹੋਣਗੇ, ਅਗਰ ਕੋਈ ਲਾਸ ਵਗੈਰਾ ਰਾਈਟ ਆਫ ਕਰਨਾ ਤਾਂ ਪਾਰਟਨਰ ਡੈਬਿਟ ਹੋਣਗੇ। ਤਾਂ ਕੁਐਸਚਨ ਨੰਬਰ 37 ਦੇਖੋ, A, B and C are partner in a firm sharing profit and loss in the ratio 3:1:1। ਤਿੰਨ ਪਾਰਟਨਰ ਹੈ, 3:1:1 ਉਹਨਾਂ ਦੀ ਰੇਸ਼ੋ ਹੈ। ਬੈਲੈਂਸ ਸ਼ੀਟ ਸਾਨੂੰ ਗਿਵਨ ਹੈ ਜਿਹਦੇ ਵਿੱਚ ਕੈਪੀਟਲ ਐਂਡ ਜਨਰਲ ਰਿਜ਼ਰਵ ਗਿਵਨ ਹੈ, ਐਸੈਟਸ ਐਂਡ ਪ੍ਰੋਫਿਟ ਐਂਡ ਲਾਸ ਦਾ ਡੈਬਿਟ ਬੈਲੈਂਸ ਗਿਵਨ ਹੈ। Then C, retire on 1st Jan 2016. Pass necessary journal entries regarding reserve and profit and loss debit balance as appearing in the above balance sheet. देखो ਜਦੋਂ ਕੋਈ ਪਾਰਟਨਰ ਰਿਟਾਇਰ ਹੋਊਗਾ ਉਸ ਟਾਈਮ ਅਸੀਂ ਆਟੋਮੈਟਿਕਲੀ ਇਹਨਾਂ ਨੂੰ ਕਲੋਜ਼ ਕਰਨ ਵਾਲੀਆਂ ਐਂਟਰੀਜ਼ ਹੀ ਪਾਉਣੀਆਂ। ਜਦੋਂ ਅਸੀਂ ਰਿਜ਼ਰਵ ਕਲੋਜ਼ ਕਰਦੇ ਹਾਂ, ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਪੂਰਾ ਡਿਟੇਲ 'ਚ ਤੁਹਾਨੂੰ ਮੈਂ ਟੇਬਲ ਕਰਵਾਇਆ ਹੋਇਆ ਕਿ ਜਦੋਂ ਰਿਜ਼ਰਵ ਕਲੋਜ਼ ਕਰਨਾ ਹੈ ਉਹ ਪਾਰਟਨਰ ਨੂੰ ਮਿਲਣਾ ਹੈ ਤਾਂ ਪਾਰਟਨਰ ਕ੍ਰੈਡਿਟ ਹੋ ਜਾਣਗੇ। ਅਗਰ ਡੈਬਿਟ ਬੈਲੈਂਸ ਕਲੋਜ਼ ਕਰਨਾ ਹੈ, ਲਾਸ ਹੁੰਦੇ ਆ ਉਹਨਾਂ ਦੇ ਖਾਤੇ 'ਚੋਂ ਕੱਟਣੇ, ਇਸ ਟਾਈਮ ਪਾਰਟਨਰ ਡੈਬਿਟ ਹੋਣਗੇ। ਜੋ ਵੀ ਐਂਟਰੀ ਪਾਉਣੀ ਆ ਓਲਡ ਰੇਸ਼ੋ। ਤਾਂ ਦੇਖੋ ਆਪਣੇ ਕੋਲੇ ਪਾਰਟਨਰ ਹੈ ABC, ਰੇਸ਼ੋ ਉਹਨਾਂ ਦੀ ਓਲਡ ਹੈ 3:1:1। ਜਦੋਂ ਅਸੀਂ ਕਲੋਜ਼ ਕਰਨਾ ਹੁੰਦਾ ਉਦੋਂ ਸਾਨੂੰ ਓਲਡ ਰੇਸ਼ੋ ਹੀ ਰਿਕੁਆਇਰਡ ਹੁੰਦੀ ਹੈ ਤਾਂ ਅਸੀਂ ਇਸ ਨੂੰ ਯੂਜ਼ ਕਰਾਂਗੇ। ਠੀਕ ਹੈ, ਤਾਂ ਫਸਟਲੀ ਅਸੀਂ ਐਂਟਰੀ ਪਾਵਾਂਗੇ ਜਰਨਲ ਰਿਜ਼ਰਵ ਦੀ। ਜਦੋਂ ਆਪਾਂ ਜਰਨਲ ਰਿਜ਼ਰਵ ਦੀ ਐਂਟਰੀ ਪਾਉਣੀ ਆ, ਜਰਨਲ ਰਿਜ਼ਰਵ ਅਕਾਊਂਟ ਡੈਬਿਟ ਟੂ ਜਿੰਨੇ ਵੀ ਸਾਡੇ ਪਾਰਟਨਰ ਹੈ, 2 A's ਕੈਪੀਟਲ ਅਕਾਊਂਟ, 2 B's ਕੈਪੀਟਲ ਅਕਾਊਂਟ, 2 C's ਕੈਪੀਟਲ ਅਕਾਊਂਟ। ਜਰਨਲ ਰਿਜ਼ਰਵ ਆਪਣੇ ਕੋਲ ਹੈ 6000 ਦੇ। ਕਲੀਅਰ? ਇਸ 6000 ਨੂੰ ਅਸੀਂ ਓਲਡ ਰੇਸ਼ੋ 'ਚ ਡਿਸਟਰੀਬਿਊਟ ਕਰਾਂਗੇ। ਓਲਡ ਰੇਸ਼ੋ ਕਿੰਨੀ ਆ? 3:1:1 ਮੀਨਸ 3/5 1/5 1/5। 6000 ਨੂੰ ਇਹ ਰੇਸ਼ੋ 'ਚ ਡਿਸਟਰੀਬਿਊਟ ਕਰ ਦੇਣਾ। ਇਹ ਸਾਡੇ ਕੋਲ ਆ ਜਾਏਗਾ 3600 1200 1200। ਕਲੀਅਰ? ਬੀਇੰਗ 'ਚ ਤੁਸੀਂ ਲਿਖ ਦੇਣਾ ਬੀਇੰਗ ਜਰਨਲ ਰਿਜ਼ਰਵ ਡਿਸਟਰੀਬਿਊਟਡ। ਸੈਕਿੰਡ ਸੀ ਸਾਡੇ ਕੋਲ ਪ੍ਰੋਫਿਟ ਐਂਡ ਲਾਸ ਦਾ ਡੈਬਿਟ ਬੈਲੈਂਸ। ਅਗਰ ਪ੍ਰੋਫਿਟ ਐਂਡ ਲਾਸ ਦਾ ਡੈਬਿਟ ਬੈਲੈਂਸ ਹੈ ਤਾਂ ਉਹਨੂੰ ਜਦੋਂ ਅਸੀਂ ਡਿਸਟਰੀਬਿਊਟ ਕਰਨਾ ਉਸ ਟਾਈਮ ਪਾਰਟਨਰਸ ਕੀ ਹੋਣਗੇ? ਡੈਬਿਟ, ਕਿਉਂਕਿ ਉਹ ਸਾਡੇ ਲਈ ਲਾਸ ਹੈ। ਤਾਂ ਉਸ ਟਾਈਮ ਅਸੀਂ ਜਰਨਲ ਐਂਟਰੀ ਪਾਵਾਂਗੇ A's ਕੈਪੀਟਲ ਅਕਾਊਂਟ ਡੈਬਿਟ, B's ਕੈਪੀਟਲ ਅਕਾਊਂਟ ਡੈਬਿਟ, C's ਕੈਪੀਟਲ ਅਕਾਊਂਟ ਡੈਬਿਟ ਟੂ ਜੋ ਵੀ ਆਪਣੇ ਕੋਲ ਪ੍ਰੋਫਿਟ ਐਂਡ ਲਾਸ ਦਾ ਡੈਬਿਟ ਬੈਲੈਂਸ ਹੈ। ਕਲੀਅਰ? ਡੈਬਿਟ ਬੈਲੈਂਸ ਹੈ 2000, ਇਹਨੂੰ ਵੀ ਅਸੀਂ ਓਲਡ ਰੇਸ਼ੋ 'ਚ ਡਿਸਟਰੀਬਿਊਟ ਕਰਾਂਗੇ 3/5 1/5 1/5। ਇਹ ਆਪਣੇ ਕੋਲ ਆ ਜਾਏਗਾ 1200 400 400। ਕਲੀਅਰ? ਇੱਕ ਵਾਰ ਫਿਰ ਜੇ ਕੋਈ ਰਿਜ਼ਰਵ ਹੋਵੇ ਉਹਨੂੰ ਡਿਸਟਰੀਬਿਊਟ ਕਰਨ ਟਾਈਮ ਪਾਰਟਨਰਸ ਨੂੰ ਕ੍ਰੈਡਿਟ ਕਰੀਦਾ ਓਲਡ ਰੇਸ਼ੋ ਦੇ ਵਿੱਚ। ਅਗਰ ਕੋਈ ਐਸਿਡ ਸਾਈਡ ਦਾ ਪ੍ਰੋਫਿਟ ਐਂਡ ਲਾਸ ਹੈ, ਲਾਸ ਹੁੰਦੇ ਆ, ਇਸ ਟਾਈਮ ਪਾਰਟਨਰ ਡੈਬਿਟ ਕਰੀਦੇ। ਨੈਕਸਟ ਟੌਪਿਕ ਹੈ ਤੁਹਾਡੇ ਕੋਲੇ ਐਡਜਸਟਮੈਂਟ ਆਫ ਕੈਪੀਟਲ। ਕਲੀਅਰ? ਤਾਂ ਹੁਣ ਦੇਖੋ ਜਦੋਂ ਇੱਕ ਪਾਰਟਨਰ ਰਿਟਾਇਰ ਹੋਊਗਾ ਉਹ ਤਾਂ ਆਪਣਾ ਬਣਦਾ ਹਿੱਸਾ ਬਿਜ਼ਨਸ 'ਚੋਂ ਲੈ ਕੇ ਜਾਏਗਾ, ਜੋ ਵੀ ਉਹਦੀ ਅੱਜ ਤੱਕ ਦੀ ਕੈਪੀਟਲ ਜਾਂ ਜੋ ਵੀ ਬਣਦਾ ਉਹ ਲੈ ਕੇ ਜਾਏਗਾ। ਬਟ ਬਾਅਦ ਵਿੱਚ ਜੋ ਪਾਰਟਨਰਸ ਰਹਿ ਗਏ ਉਹ ਕਈ ਵਾਰ ਆਪਸ 'ਚ ਡਿਸਾਈਡ ਕਰ ਲੈਂਦੇ ਆ ਕਿ ਟੋਟਲ ਕੈਪੀਟਲ ਆਪਾਂ ਇੰਨੀ ਰੱਖਣੀ ਹੈ, ਤਾਂ ਉਹਦੇ ਲਈ ਫਿਰ ਜਿਹਨੂੰ ਜਿੰਨਾ ਪੈਸਾ ਬਣਦਾ ਉਹ ਲੈ ਕੇ ਆਉਣਾ ਪਏਗਾ। ਫੋਰ ਐਗਜ਼ਾਮਪਲ ਕੁਐਸਚਨ ਨੰਬਰ 39 ਹੈ, A, B and C were partner in a firm sharing profit in the ratio 2:3:4। ਤਿੰਨ ਪਾਰਟਨਰ ਹੈ, 2:3:4 ਉਹਨਾਂ ਦੀ ਰੇਸ਼ੋ ਹੈ। 31 ਮਾਰਚ ਨੂੰ B ਹੋ ਗਿਆ ਰਿਟਾਇਰ। ਕਲੀਅਰ? ਔਨ ਦੈਟ ਡੈਟ ABC ਦੀ ਕੈਪੀਟਲ ਆਪਾਂ ਨੂੰ ਗਿਵਨ ਹੈ, A ਦੀ ਕੈਪੀਟਲ ਹੈ 3,50,000, B ਦੀ ਕੈਪੀਟਲ ਹੈ 5 ਲੱਖ, C ਦੀ ਕੈਪੀਟਲ ਹੈ 5,75,000। Then A and C decided that the total capital of firm after B's retirement be 9 lakh in new profit sharing ratio। ਹੁਣ ਉਹ ਕਹਿੰਦੇ B ਦੀ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਆਪਾਂ ਟੋਟਲ ਕੈਪੀਟਲ ਰੱਖਣੀ ਆ ਉਹ 9 ਲੱਖ ਰੱਖਣੀ ਹੈ, ਨਵੀਂ ਰੇਸ਼ੋ ਦੇ ਅਕੋਰਡਿੰਗਲੀ ਰੱਖਣੀ ਆ। ਐਕਚੁਅਲ ਕੈਸ਼ ਟੂ ਬੀ ਬਰੋਟ ਔਰ ਪੇਡ ਇਨ ਅ ਪਾਰਟਨਰ ਐਜ਼ ਦਾ ਕੇਸ ਮੇ ਬੀ।
ਇਹਨੂੰ ਆਪਾਂ ਰੇਸ਼ੋ 'ਚ ਵੰਡ ਕੇ ਜਿਹਦੇ ਪੈਸੇ ਘਟਣਗੇ ਉਹ ਲੈ ਕੇ ਆਏਗਾ ਪੈਸਾ, ਜਿਹਦੇ ਪੈਸੇ ਵਧਣਗੇ ਉਹਨੂੰ ਅਸੀਂ ਪੇ ਕਰ ਦਾਂਗੇ। ਹੁਣ ਅਸੀਂ ਅਮਾਊਂਟ ਆਫ ਕੈਸ਼ ਕੈਲਕੂਲੇਟ ਕਰਨੀ ਆ ਕਿ ਕਿਤੋਂ ਪੈਸੇ ਲੈਣੇ ਆ, ਕਿਹਨੂੰ ਪੈਸੇ ਦੇਣੇ ਆ। ਤਾਂ ਇਹਦੇ ਲਈ ਦੇਖੋ ਆਪਾਂ ਕੀ ਕਰਾਂਗੇ, ਫਸਟਲੀ ABC 3 ਪਾਰਟਨਰ ਆਪਣੇ ਕੋਲੇ, ਰੇਸ਼ੋ ਹੈ ਉਹਨਾਂ ਦੀ 2:3:4। ਕਲੀਅਰ। ਹੁਣ ਅਗਰ B ਹੋ ਗਿਆ ਰਿਟਾਇਰ, ਇਹਨੂੰ ਕੱਟ ਕਰ ਦੋ ਤਾਂ ਨਿਊ ਰੇਸ਼ੋ ਕਿੰਨੀ ਰਹਿ ਗਈ 2:4। 2:4 ਅਸੀਂ ਇਹਨੂੰ ਰੱਖ ਸਕਦੇ ਹਾਂ ਜਾਂ 2 ਦੇ ਟੇਬਲ ਤੇ ਕੱਟ ਕਰਕੇ 1:2 ਕਰ ਸਕਦੇ ਹਾਂ। ਇਹ ਸਾਡੇ ਕੋਲੇ ਰੇਸ਼ੋ ਆ ਗਈ A ਐਂਡ C ਦੀ। ਟੋਟਲ ਕੈਪੀਟਲ ਉਹਨਾਂ ਨੇ ਡਿਸਾਈਡ ਕੀਤੀ ਹੋਈ ਹੈ ਕਿੰਨੀ 9 ਲੱਖ। ਕਲੀਅਰ। ਇਹਨੂੰ ਅਸੀਂ ਨਿਊ ਰੇਸ਼ੋ 'ਚ ਵੰਡ ਲਾਂਗੇ, A's ਸ਼ੇਅਰ in new capital 9 lakh multiply 1/3। ਸੈਕਿੰਡ ਪਾਰਟਨਰ C ਦਾ ਸ਼ੇਅਰ ਆ ਜਿਹੜਾ 9 ਲੱਖ ਚੋਂ ਆ ਜਾਏਗਾ 2/3। ਇਸ ਪਾਰਟਨਰ ਦਾ ਸ਼ੇਅਰ ਆ ਗਿਆ 6 ਲੱਖ, A ਪਾਰਟਨਰ ਦਾ ਸ਼ੇਅਰ ਆ ਗਿਆ 3 ਲੱਖ। ਹੁਣ ਆਪਾਂ ਜਦੋਂ ਇਹ ਕੰਪੇਅਰ ਕਰਨਾ ਕਿ ਕਿਹਨੇ ਕਿੰਨੇ ਪੈਸੇ ਲੈ ਕੇ ਆਉਣੇ, ਉਹਦੇ ਲਈ ਆਪਾਂ ਇੱਕ ਸਿੰਪਲ ਟੇਬਲ ਬਣਾ ਲਾਂਗੇ। ਇੱਥੇ ਆਪਾਂ ਲਿਖਾਂਗੇ ਕੈਪੀਟਲ ਆਲਰੇਡੀ ਐਗਜ਼ਿਸਟ। ਆਲਰੇਡੀ ਆਪਾਂ ਨੂੰ ਕੁਐਸਚਨ 'ਚ ਦਿੱਤੀ ਹੋਈ ਸੀ A ਦੀ ਕੈਪੀਟਲ ਸੀ 3,50,000 ਪਹਿਲਾਂ ਹੀ, C ਦੀ ਕੈਪੀਟਲ ਸੀ 575। ਦੈਨ ਰਿਕੁਆਇਰਡ ਕੈਪੀਟਲ ਕਿੰਨੀ ਆਈ ਹੈ ਸਾਡੇ ਕੋਲੇ, A ਦੀ ਰਿਕੁਆਇਰਡ ਕੈਪੀਟਲ ਹੈ 3 ਲੱਖ, ਜਿਹੜੀ ਆਪਾਂ ਉੱਪਰ ਕੈਲਕੂਲੇਟ ਕੀਤੀ ਆ। 9 ਲੱਖ ਦੇ ਵਿੱਚੋਂ A ਦਾ ਨਿਊ ਰੇਸ਼ੋ ਦੇ ਅਕੋਰਡਿੰਗਲੀ ਕਿੰਨਾ ਹਿੱਸਾ ਬਣ ਰਿਹਾ 3 ਲੱਖ, C ਦਾ ਕਿੰਨਾ ਹਿੱਸਾ ਬਣ ਰਿਹਾ 6 ਲੱਖ। ਤਾਂ ਹੁਣ ਇਹਦੇ ਅਕੋਰਡਿੰਗਲੀ ਦੇਖੋ A ਕੋਲੇ 350 ਹੈ ਤੇ 3 ਲੱਖ ਉਹਨੂੰ ਰਿਕੁਆਇਰਡ ਹੈ। ਇਟ ਮੀਨਸ ਉਹਦਾ 50,000 ਸਰਪਲਸ ਹੈ, 50,000 ਉਹਦਾ ਜ਼ਿਆਦਾ ਹੈ ਜਿਹੜਾ ਅਸੀਂ ਉਹਨੂੰ ਵਾਪਸ ਕਰਨਾ ਹੈ। ਜੋ C ਹੈ, C ਦਾ 575 ਆ ਤੇ ਉਹਦੀ ਰਿਕੁਆਇਰਡ ਕੈਪੀਟਲ ਕਿੰਨੀ ਆ 6 ਲੱਖ, ਉਹਦਾ 25,000 ਡੈਫੀਸ਼ੀਟ ਆ ਘਟ ਰਿਹਾ। ਕਲੀਅਰ। ਇੱਕ ਵਾਰ ਫਿਰ ਟੋਟਲ ਕੈਪੀਟਲ ਤੁਹਾਨੂੰ ਗਿਵਨ ਹੈ, ਤੁਸੀਂ ਜਸਟ ਉਹਨੂੰ ਨਿਊ ਰੇਸ਼ੋ 'ਚ ਡਿਸਟਰੀਬਿਊਟ ਕਰਨਾ 1/3 2/3 ਦੇ ਵਿੱਚ ਡਿਸਟਰੀਬਿਊਟ ਕਰ ਲਿਆ। ਦੈਨ ਤੁਸੀਂ ਜਿਹੜੀ ਉਹਨਾਂ ਦੀ ਆਲਰੇਡੀ ਕੈਪੀਟਲ ਹੈ ਉਹਦੇ ਨਾਲ ਜਿਹੜੀ ਤੁਸੀਂ ਕੈਲਕੂਲੇਟ ਕੀਤੀ ਆ ਉਹਨੂੰ ਕੰਪੇਅਰ ਕਰ ਲਓ। ਕੰਪੇਅਰ ਕਰਕੇ ਦੇਖੋ ਇਹਦੇ ਕੋਲੇ ਪਹਿਲਾਂ ਹੀ 3,50,000 ਹੈ, ਰਿਕੁਆਇਰਡ ਉਹਦੀ ਹੈਗੀ ਆ 3 ਲੱਖ। ਇਟ ਮੀਨਸ ਉਹਦਾ 50,000 ਹੈ ਜਿਹੜਾ ਉਹ ਜ਼ਿਆਦਾ ਆ, ਸਰਪਲਸ ਉਹਨੂੰ ਅਸੀਂ ਵਾਪਸ ਕਰਾਂਗੇ। C ਦਾ ਪਹਿਲਾਂ 575 ਆ, ਜਿਹੜਾ 6 ਲੱਖ ਰਿਕੁਆਇਰਡ ਹੈ, ਤਾਂ ਉਹਦਾ 25,000 ਜਿਹੜਾ ਚਾਹੀਦਾ ਰਿਕੁਆਇਰਡ ਹੈ ਡੈਫੀਸ਼ੀਟ ਆ, ਉਹ ਅਸੀਂ ਉਹਦੇ ਤੋਂ ਮੰਗਵਾਵਾਂਗੇ। ਨੈਕਸਟ ਕੁਐਸਚਨ ਦੀ ਸਟੇਟਮੈਂਟ ਦੇਖ ਲਓ। P, Q and R were partners sharing profit and loss in 4:3:3 ratio. Q required on 31st December, on which date capital PQR after all adjustment that। ठीक है, PQR पहला पार्टनर सी आ रेशो ਦੇ ਵਿੱਚ, Q ਦੀ ਰਿਟਾਇਰਮੈਂਟ ਹੋ ਗਈ। ਰਿਟਾਇਰਮੈਂਟ ਦੇ ਟਾਈਮ ਤਿੰਨਾਂ ਦੀ ਕੈਪੀਟਲ ਇੰਨੀ ਆ, P ਦੀ ਕੈਪੀਟਲ 35,700, Q ਦੀ ਕੈਪੀਟਲ 24,900 ਐਂਡ R ਦੀ ਕੈਪੀਟਲ 25,400। ਕੈਸ਼ ਐਂਡ ਬੈਂਕ ਬੈਲੈਂਸ ਔਨ ਸੇਮ ਡੇਟ 12,000। ਉਸ ਟਾਈਮ ਉਹਨਾਂ ਕੋਲੇ 12,000 ਕੈਸ਼ ਆ। ਹੁਣ ਕਹਿੰਦੇ Q ਟੂ ਬੀ ਪੇਡ ਥਰੂ ਕੈਸ਼ ਬਰੋਟ ਇਨ ਬਾਈ P ਐਂਡ R ਇਨ ਸੱਚ ਆ ਵੇ ਟੂ ਮੇਕ ਦੇਅਰ ਕੈਪੀਟਲ ਪ੍ਰਪੋਰਸ਼ਨੇਟ ਟੂ ਦੇਅਰ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ which was 5:4. Calculate amount of cash is to be paid off or brought in by continuing partner assuming that a minimum cash bank balance is 2500 was to be maintained। ਤਾਂ ਹੁਣ ਦੇਖੋ ਰਾਜੇ, ਜਿਹੜਾ ਆਪਾਂ ਲਾਸਟ ਕੁਐਸਚਨ ਕੀਤਾ ਉਹਦੇ 'ਚ ਤੁਹਾਨੂੰ ਟੋਟਲ ਕੈਪੀਟਲ ਪਹਿਲਾਂ ਹੀ ਗਿਵਨ ਸੀ, ਅਸੀਂ ਜਸਟ ਉਹਨੂੰ ਚੱਕ ਕੇ ਡਿਸਟਰੀਬਿਊਟ ਕੀਤਾ ਸੀ। ਬਟ ਜਿਹੜਾ ਹੁਣ ਕੁਐਸਚਨ ਆਪਣੇ ਕੋਲੇ ਇਹਦੇ ਵਿੱਚ ਆਪਾਂ ਕੀ ਕਰਨਾ, ਉਹ ਕਹਿੰਦੇ ਜੋ Q ਆ ਜਿਹੜਾ ਰਿਟਾਇਰ ਹੋ ਕੇ ਜਾ ਰਿਹਾ ਉਹਨੂੰ ਸਾਰਾ ਪੈਸਾ P ਤੇ R ਨੇ ਪੇਮੈਂਟ ਕਰਨੀ ਆ। ਕਰਨੀ ਵੀ ਇਸ ਵੇ ਨਾਲ ਹੈ ਕਿ ਨਾਲੇ ਉਹਨਾਂ ਦੀ ਕੈਪੀਟਲ ਨਿਊ ਰੇਸ਼ੋ 'ਚ ਡਿਸਟਰੀਬਿਊਟ ਹੋ ਜੇ, ਨਿਊ ਰੇਸ਼ੋ ਤੁਹਾਨੂੰ ਗਿਵਨ ਹੈ, ਤੇ ਨਾਲੇ ਬਿਜ਼ਨਸ ਦੇ ਵਿੱਚ 2500 ਕੈਸ਼ ਆ ਜਿਹੜਾ ਉਹ ਪਿਆ ਰਵੇ। ਤਾਂ ਹੁਣ ਇਹਦੇ ਲਈ ਪਹਿਲਾਂ ਤੁਸੀਂ ਟੋਟਲ ਕੈਪੀਟਲ ਖੁਦ ਕੈਲਕੂਲੇਟ ਕਰਨੀ ਆ। ਉਹ ਕਿੱਦਾਂ ਕੈਲਕੂਲੇਟ ਕਰੋਗੇ, ਦੇਖੋ ਤਿੰਨਾਂ ਪਾਰਟਨਰਸ ਦੀ ਕੈਪੀਟਲ 35,700 P ਨੂੰ ਆਪਦੇ ਲਈ ਰਿਕੁਆਇਰਡ ਹੈ, 24,900 Q ਲਈ ਰਿਕੁਆਇਰਡ ਹੈ, 25,400 R ਲਈ। ਕਲੀਅਰ। ਬਿਜ਼ਨਸ ਦੇ ਵਿੱਚ ਕਿੰਨਾ ਕੈਸ਼ ਚਾਹੀਦਾ ਹੈ 2500। ਇਹ ਸਾਰਾ ਕੈਸ਼ ਉਹਨਾਂ ਨੂੰ ਰਿਕੁਆਇਰਡ ਹੈ, ਮਾਈਨਸ ਜਿਹੜਾ ਆਲਰੇਡੀ ਕੈਸ਼ ਉਹਨੂੰ ਅਸੀਂ ਯੂਜ਼ ਕਰ ਲਾਂਗੇ। ਇਹਨੂੰ ਯੂਜ਼ ਕਰਨ ਤੋਂ ਬਾਅਦ ਜੋ ਤੁਹਾਡੇ ਕੋਲੇ ਸਾਰਾ ਪਲੱਸ ਮਾਈਨਸ ਕਰਕੇ ਆਇਆ 76,500, ਇਹਨੂੰ ਤੁਸੀਂ ਨਿਊ ਰੇਸ਼ੋ 'ਚ ਡਿਸਟਰੀਬਿਊਟ ਕਰ ਲੈਣਾ ਹੈ 5:4 ਦੇ ਵਿੱਚ। ਕਲੀਅਰ। ਦੈਨ ਜੋ ਆਏਗਾ ਫਿਰ ਦੇਖਣਾ ਹੈ 35,700 ਤੋਂ ਕੈਸ਼ ਵੱਧਦਾ ਹੈ, 25,400 ਤੋਂ ਕੈਸ਼ ਵੱਧਦਾ ਹੈ ਕਿ ਘਟਦਾ ਹੈ। ਕਲੀਅਰ। ਆਈ ਹੋਪ ਯੂ ਅੰਡਰਸਟੈਂਡ ਵੈਲ। ਥੈਂਕ ਯੂ ਸਟੂਡੈਂਟਸ।